ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚੇ ਹਾਂ ਸ਼ਾਹੀ ਸ਼ਹਿਰ ਪਟਿਆਲੇ ਦੇ ਮੋਤੀ ਮਹਿਲ ਯਾਨੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਨਿਵਾਸ। ਉਹ ਮੋਤੀ ਮਹਿਲ ਜਿੱਥੇ ਪੰਜਾਬ ਦੀ ਸਿਆਸਤ ਜਿਹੜੀ ਹੈ ਚਾਰੋਂ ਪਾਸੇ ਘੁੰਮਦੀ ਹੈ, ਨਾਲ ਹੀ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨਾਲ ਵੀ ਗੱਲਬਾਤ ਕਰਾਂਗੇ। ਨਾਲੇ ਉਹਨਾਂ ਬਾਰੇ ਦੱਸਣਾ ਚਾਹਾਂਗੇ ਕਿ ਰਾਜ ਘਰਾਣੇ ਤੋਂ ਲੈ ਕੇ ਲੋਕ ਸਭਾ ਤੱਕ ਬੜਾ ਲੰਬਾ ਤੇ ਸਫਲ ਸਫ਼ਰ ਜਿਹੜਾ ਇਹਨਾਂ ਤੈਅ ਕੀਤਾ। ਨਾਲ ਹੀ ਨਾਲ ਦੇਸ਼ ਦੀ ਸੇਵਾ ਵੀ ਬਤੌਰ ਮੰਤਰੀ ਕੀਤੀ, ਸੋਸ਼ਲੀ ਵੀ ਬੜੇ ਐਕਟਿਵ ਰਹੇ ਨੇ। ਮੈਂ ਕਹਿ ਸਕਦੀ ਹਾਂ ਕਿ ਮੈਂਬਰ ਪਾਰਲੀਮੈਂਟ ਪਟਿਆਲੇ ਦੇ ਤਾਂ ਹੈ ਹੀ ਹੈ, ਨਾਲ ਹੀ ਨਾਲ ਪਟਿਆਲੇ ਦੇ ਬੜੇ ਹੀ ਹਰਮਨ ਪਿਆਰੇ ਲੀਡਰ ਵੀ ਨੇ, ਲੋਕਾਂ ਦੇ ਵਿੱਚ ਵਿਚਰਦੇ ਨੇ, ਲੋਕ ਬਹੁਤ ਪਿਆਰ ਕਰਦੇ ਨੇ, ਬੜਾ ਮਾਣ ਤੇ ਸਤਿਕਾਰ ਵੀ ਦਿੰਦੇ ਨੇ। ਪੰਜਾਬ ਦੀ ਮੋਸਟ ਪਾਵਰਫੁਲ ਅਤੇ ਡਾਇਨਾਮਿਕ ਲੀਡਰ ਕਹਿ ਸਕਦੇ ਹਾਂ। ਅੱਜ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮਹਾਰਾਣੀ ਪ੍ਰਨੀਤ ਕੌਰ ਜੀ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡੇ? ਠੀਕ, ਥੈਂਕ ਯੂ। ਔਰ ਮੈਨੂੰ ਲੱਗਦਾ ਸ਼ੁਰੂਆਤ ਵੀ ਕਰੋਨੇ ਤੋਂ ਹੀ ਕਰਨੀ ਚਾਹੀਦੀ ਹੈ। ਹਾਂਜੀ। ਗੱਲ ਮੈਂ ਸੈਂਟਰ ਗਵਰਨਮੈਂਟ ਤੋਂ ਕਰਾਂਗੀ। ਸਾਡੇ ਮੁਲਕ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਦੀ ਸਥਿਤੀ ਹੈ, ਪਹਿਲਾਂ ਤਾਂ ਤੁਸੀਂ ਇਹ ਦੱਸੋ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਤੁਹਾਡਾ ਵੀ ਕਾਫੀ ਲੰਬਾ ਐਕਸਪੀਰੀਅੰਸ ਰਿਹਾ ਹੈ, ਤੁਸੀਂ ਵੀ ਸੋਸ਼ਲੀ ਜਿਵੇਂ ਮੈਂ ਜ਼ਿਕਰ ਕੀਤਾ ਐਕਟਿਵ ਰਹੇ ਹੋ, ਓਵਰਆਲ ਪੋਲੀਟਿਕਸ 'ਚ ਵੀ ਕਿਨੇ ਤੁਸੀਂ ਐਕਟਿਵ ਰਹੇ ਹੋ। ਤੁਸੀਂ ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿ ਠੀਕ ਢੰਗ ਨਾਲ ਇਹ ਹੈਂਡਲ ਹੋ ਰਹੀ ਹੈ? ਜੇ ਨਹੀਂ ਤਾਂ ਕਿਸ ਤਰ੍ਹਾਂ ਕੀਤੀ ਜਾ ਸਕਦੀ ਸੀ? ਦੇਖੋ, ਮੇਰੇ ਖਿਆਲ 'ਚ ਇਹ ਜਿਹੜਾ ਸੈਕੰਡ ਵੇਵ ਆਇਆ ਨਾ ਜੀ, ਇਸ ਦੇ ਨਾਲ ਸਥਿਤੀ ਸਾਹਮਣੇ ਆਈ ਹੈ ਕਿ ਸਾਡੀ ਜਿਹੜੀ ਗਵਰਨਮੈਂਟ ਸੀ ਉਹਨਾਂ ਦੀ ਤਿਆਰੀ ਨਹੀਂ ਸੀ ਇਸ ਦੇ ਲਈ। ਜਾਂ ਤਾਂ ਇਹਨਾਂ ਦੀ ਪ੍ਰਾਇਓਰਿਟੀ ਨਹੀਂ ਸੀ ਜਾਂ ਇਹਨਾਂ ਦੀ ਇਨਫੋਰਮੇਸ਼ਨ ਕਰੈਕਟ ਨਹੀਂ ਸੀ, ਕਿਉਂਕਿ ਦੂਜੇ ਦੇਸ਼ਾਂ ਦੇ ਵਿੱਚ ਇਹ ਕਰੋਨਾ ਸੈਕੰਡ ਵੇਵ ਆ ਚੁੱਕਿਆ ਸੀ ਜੀ, ਔਰ ਇਹ ਬਿਲਕੁਲ ਤੈਅ ਸੀ ਕਿ ਇੱਥੇ ਵੀ ਆਊਗਾ। ਤਾਂ ਉਸ ਦੀ ਜਿਹੜੀ ਤਿਆਰੀ ਨਹੀਂ ਕੀਤੀ, ਜਿਹੜਾ ਅਸੀਂ 2 ਮਹੀਨੇ ਕਰ ਸਕਦੇ ਸੀ, ਉਹ ਮੇਰੇ ਖਿਆਲ 'ਚ ਬਹੁਤ ਕੀਮਤੀ ਸਮਾਂ ਇਸ ਗਵਰਨਮੈਂਟ ਨੇ, ਬੀਜੇਪੀ ਗਵਰਨਮੈਂਟ ਨੇ ਇਹ ਗੁਮਾ ਲਿਆ। ਔਰ ਉਸ ਦਾ ਜਿਹੜਾ ਨਤੀਜਾ, ਉਸ ਦੀ ਜਿਹੜੀ ਸਾਨੂੰ ਪ੍ਰਾਈਸ ਚੱਕਣੀ ਪੈ ਰਹੀ ਹੈ, ਜੋ ਕੀਮਤ ਦੇਣੀ ਪੈ ਰਹੀ ਹੈ, ਉਹ ਆਮ ਸਿਟੀਜ਼ਨ, ਆਮ ਨਾਗਰਿਕ ਭਾਰਤ ਦਾ ਉਹ ਦੇ ਰਿਹਾ। ਅੱਛਾ, ਫੰਡਸ ਐਲੋਕੇਸ਼ਨ ਨੂੰ ਲੈ ਕੇ ਵੀ ਬੜੇ ਸਾਰੇ ਇਹ ਗੱਲਾਂ ਉੱਠੀਆਂ ਨੇ, ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਇਸ ਦੇ ਵਿੱਚ ਇੱਕਦਮ ਜਦ ਭੀੜ ਪੈ ਗਈ, ਸਭ ਨੂੰ ਆਕਸੀਜਨ ਦੀ ਲੋੜ ਸੀ, ਬੈਡਸ ਦੀ ਲੋੜ ਸੀ, ਇਨਫਰਾਸਟਰਕਚਰ ਦੀ ਲੋੜ ਸੀ, ਔਰ ਸਾਰੀ ਚੀਜ਼ ਲਈ ਫੰਡਸ ਚਾਹੀਦੇ ਨੇ। ਪਹਿਲੇ ਵੀ, ਕਿਉਂਕਿ ਪਹਿਲੇ ਮਹਾਮਾਰੀ ਦੇ ਰਾਹੀਂ ਫੰਡਸ ਦੀ ਕਰੰਚ ਆ ਰਹੀ ਸੀ, ਉਦੋਂ ਵੀ ਮੈਂ ਤਾਂ ਪੰਜਾਬ ਦਾ ਕਹਿ ਸਕਦੀ ਹਾਂ, ਜੋ ਸਾਡਾ ਬਣਦਾ ਹੱਕ ਸੀ GST ਦਾ, ਹੋਰ ਉਹ ਵੀ ਨਹੀਂ ਦਿੱਤਾ। ਬਿਲਕੁਲ। ਔਰ ਉਸ ਕਰਕੇ ਮੇਰੇ ਖਿਆਲ 'ਚ ਇਹ ਫੰਡਸ ਦੀ ਕਮੀ ਬਹੁਤ ਆਈ। ਔਰ ਹਰ ਇੱਕ ਸਟੇਟ ਨੂੰ ਤਕਰੀਬਨ, ਖਾਸ ਕਰਕੇ ਨਾਨ BJP ਸਟੇਟਸ ਨੂੰ ਬਹੁਤ ਜ਼ਿਆਦਾ ਆਪਣਾ ਸਹਿਣਾ ਪਿਆ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ। ਮੇਰੇ ਖਿਆਲ 'ਚ ਹੁਣ ਥੋੜ੍ਹਾ ਜਿਹਾ ਠੱਲ ਪਿਆ, ਫੰਡਸ ਦਾ ਨਹੀਂ, ਫੰਡਸ ਦਾ ਕਰੰਚ ਪੂਰਾ ਚੱਲ ਰਿਹਾ। ਇਹਦੇ ਵਿੱਚ ਕੋਈ ਸੈਂਟਰ ਸਰਕਾਰ ਦੀ ਸਾਨੂੰ ਬਿਲਕੁਲ ਕੋਈ ਰਿਆਇਤ ਨਹੀਂ। ਕੱਲ੍ਹ ਵੀ ਤੁਸੀਂ ਦੇਖਿਆ, ਮਨਪ੍ਰੀਤ ਜੀ ਨੇ ਕਿਹਾ ਕਿ GST ਤੁਸੀਂ ਵੇਵ ਕਰੋ। ਇਹਦੇ ਵਿੱਚ ਲੋਕ ਆਏ ਨੇ ਬਾਹਰ, ਗਵਰਨਮੈਂਟ ਨੇ ਆਪਣੇ ਬਲਬੂਥੇ ਦੇ ਉੱਤੇ ਵੈਕਸੀਨਾਂ ਖਰੀਦੀਆਂ ਨੇ ਜ਼ਿਆਦਾ, ਕਿਉਂਕਿ ਜਿਹੜੀਆਂ ਸਾਨੂੰ ਭੇਜੀਆਂ ਸੀ ਉਹ ਘੱਟ ਸੀ, ਪਰ ਚਲੋ ਉਹ ਤਾਂ ਸਾਰੇ ਦੇਸ਼ ਨੂੰ ਦੇਣੀਆਂ ਸੀ ਇਹਨਾਂ ਨੇ। ਪਰ ਇਹ ਜਿਹੜੀਆਂ ਕਮੀਆਂ ਨੇ, ਇਹ ਰਿਸਪੋਂਸਿਬਿਲਿਟੀ ਹਰ ਇੱਕ ਗਵਰਨਮੈਂਟ ਨੂੰ ਆਪਣੀ ਕਰਨੀ ਪੈਂਦੀ ਹੈ, ਔਰ ਦੇਸ਼ ਦੀ ਰਿਸਪੋਂਸਿਬਿਲਿਟੀ ਸੈਂਟਰ ਦੀ ਸਰਕਾਰ ਦੀ ਸੀ। ਆਈ ਥਿੰਕ ਉਹ ਜ਼ਿਆਦਾ ਇਲੈਕਸ਼ਨਸ ਆ ਗਏ, ਬਹੁਤ ਕੁਛ ਹੋ ਗਿਆ, ਉਹਦੇ ਵਿੱਚ ਜ਼ਿਆਦਾ ਰੁੱਝ ਗਏ, ਔਰ ਜਿਹੜੀ ਪ੍ਰਾਇਮਰੀ ਰਿਸਪੋਂਸਿਬਿਲਿਟੀ ਸੀ ਉਹਨੂੰ ਮੇਰੇ ਖਿਆਲ 'ਚ ਇਹ ਭੁੱਲ ਗਏ। ਪਟਿਆਲੇ ਦੀ ਗੱਲ ਜ਼ਰੂਰ ਕਰਾਂਗੇ, ਸਪੈਸ਼ਲੀ ਕੋਵਿਡ ਨੂੰ ਲੈ ਕੇ, COVID-19 ਨੂੰ ਲੈ ਕੇ ਕੈਜੁਅਲਿਟੀਜ਼ ਬੜੀਆਂ ਹੋਈਆਂ ਨੇ। ਫਰਟੀਲਿਟੀ ਰੇਟ ਦੀ ਜੇ ਗੱਲ ਕੀਤੀ ਜਾਏ ਤਾਂ ਕਾਫੀ ਹਾਇਰ ਰਿਹਾ। ਇਹਦਾ ਤੁਸੀਂ ਕਾਰਨ ਕੀ ਸਮਝਦੇ ਹੋ? ਦੇਖੋ, ਫਰਟੀਲਿਟੀ ਰੇਟ ਜਿੱਥੇ ਸਾਰਿਆਂ ਦੀ ਮਰਗਤ ਹੋਈ ਹੈ, ਇਹ ਜ਼ਿਆਦਾ ਇਸ ਕਰਕੇ ਹੋਈ ਹੈ ਕਿ ਲੋਕ ਥੋੜ੍ਹੇ ਜਿਹੇ ਲੇਟ ਆਏ। ਪਹਿਲੇ ਇਹਨਾਂ ਨੂੰ ਸਮਝ ਨਹੀਂ ਆਇਆ ਕਿ ਇਹਦੀ ਜੇ ਪਹਿਲੇ ਪ੍ਰੀਕਾਸ਼ਨਸ ਦੀ ਦਵਾਈਆਂ ਲੈ ਲੈਣ ਜਾਂ ਮੋਨੀਟਰਿੰਗ ਹੋ ਜਾਏ, ਔਰ ਟਾਈਮ ਸਿਰ ਤੁਸੀਂ ਪਹੁੰਚੋ ਹਸਪੀਟਲ ਕਿ ਤੁਹਾਡਾ ਇਲਾਜ ਹੋ ਸਕਦਾ, ਤੁਹਾਨੂੰ ਆਕਸੀਜਨ ਮਿਲ ਸਕਦਾ, ਉਹ ਲੋਕਾਂ ਨੇ ਇਹਦੀ ਗੰਭੀਰਤਾ ਨਹੀਂ ਸਮਝੀ।
और ਜਿਹੜੇ ਲੇਟ ਆਏ ਨੇ ਕਈ 24 ਘੰਟਿਆਂ 'ਚ ਕਈ 48 ਘੰਟਿਆਂ 'ਚ ਚਾਹੇ ਕੁਝ ਘੰਟਿਆਂ ਦੇ ਅੰਦਰ ਅੰਦਰ ਉਹਨਾਂ ਦੀ ਜਦ ਡੈਥ ਹੋ ਗਈ ਤਾਂ ਇਹਨਾਂ ਨੂੰ ਪਤਾ ਚੱਲਿਆ। ਔਰ ਮੇਰੇ ਖਿਆਲ 'ਚ ਮੇਨ ਰੀਜ਼ਨ ਇਹੀ ਹੈ ਜਿਹੜੀ ਫਰਟੀਲਿਟੀ ਜਿਹੜੀ ਮੌਤਾਂ ਦੀ ਰੇਟ ਜ਼ਿਆਦਾ ਵਧੀ ਹੈ। ਰਜਿੰਦਰਾ ਹਸਪੀਟਲ ਨੂੰ ਲੈ ਕੇ ਵੀ ਗੱਲ ਕਰਾਂਗੇ ਕਿਉਂਕਿ ਸਭ ਤੋਂ ਓਲਡੈਸਟ ਇੰਸਟੀਟਿਊਸ਼ਨ ਜੇ ਦੇਖੀਏ ਮਾਲਵੇ ਰੀਜਨ ਦਾ ਵੀ ਰਿਹਾ ਔਰ ਕਿਤੇ ਨਾ ਕਿਤੇ ਨੋ ਡਾਊਟ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਬਾਹਰੋਂ ਲੋਕ ਆਏ बी इट हरियाणा बी इट दिल्ली या फिर जिन्नियां भी नेबरिंग स्टेट्स ऑफ पंजाब ने लोग इत्थे आउंदे रहे इलाज कराउण और स्पैशली वो थां ते जिथे ऑक्सीजन की कमी सी शॉर्टेज ऑफ बैड्स या ऑक्सीजन या होर जिहड़ियां भी मैडिकल सुख सुविधावां की जिहड़ी एक मरीज़ नूं जरूरत हुंदी वो सब की कमी होण करके रजिंदरा वाल आए। पर मैं यही कारण जानना चाहुंदी हां कि जिहड़े लोकलाइट्स ने पटियालवीज़ ने पटियाला दे लोग उही रजिंदरा हॉस्पिटल की क्रेडिबिलिटी ते समय समय ते सवाल चकते रहे, इहदा की कारण है? देखो ये बड़ी एक दुख भरी जी स्थिति पैदा हो गई थी क्योंकि इस टाइम के उत्ते जिन्ना काम रजिंदरा हॉस्पिटल के डॉक्टर्स ने किया लिटरली मैं तो कह सकती हाँ मैनू पता है कि 3:30 बजे रात तक काम करके 8 बजे फिर वापस ड्यूटी पर आए जी। और जिन्नियां जाना इन्होंने बचाइया ने जिन्ना जिहड़ी स्थिति दे विच काम कीता जी उन्हों अप्रीशिएट करने के बजाय जिहड़े बाहर बैठे हुंदे थे रिश्तेदार उन्हां दी गल तां असीं समझ सकते हैं क्योंकि सब नूं फिक्र हुंदा अपने पेशेंट दा और ये इहो जी बीमारी है कि तुसीं पेशेंट कोल जा नहीं सकते। तो बाहर किसी की डेथ हो गई किसी हो कारण ते लेट आए कुछ होया कोमोबिडिटी सीगी उस दे उत्ते जाके मेरे ख्याल से इररिस्पोंसिबल बंदियां ने उन्होंने भड़काया वीडियो लैके वायरल की और प्रैस नूं अंदर ले जाके ये गल की। ये मेरे ख्याल से मैं तो इस गल की निंदा करती हूँ क्योंकि जब कोई तकलीफ या भीड़ किसी बिल्कुल मैं तो कहनी परिवार च आए साडे पंजाब के परिवार च साडे हिंदुस्तान के परिवार च आई है तो सब नूं इकट्ठे होकर उसकी सामना करना चाहिए पैनिक नहीं क्रिएट करनी चाहिए। ये तो नॉर्म्स की भी उलंघना है जिस तरह तुसी जिक्र किया कि कुछ वीडियोस चाहे अंदरों भी आईयां ने जिथों भी आईयां ने यही मैं समझना चाहती हूँ क्योंकि जे गल रजिंदरा हॉस्पिटल के डॉक्टर्स की करिए कि जिहड़े इस टाइम फ्रंट लाइन वॉरियर्स की तरह काम कर रहे हैं योद्धा बन के काम कर रहे हैं मैनूं लगता है उन्हां दी जे जिक्र किया जाए उन्हां बारे गल की जाए तो तां काफ़ी क्वालीफाइड चंगे डॉक्टर्स ने और जे गल ईवन मैडिकल कॉलेज पटियाले की की जाए चंगे चंगे डॉक्टर्स कित्थे कित्थे पहुँच गए किन्ने मतलब रेयर सर्जरीज भी करते हैं किन्ना हुण रीसेंट भी रेयर सर्जरी कल हुई है ब्लैक फंगस वाली बिल्कुल सो आईज दियां दैट्स व्हाट आई वांट टू अंडरस्टैंड भी मैनू लगता है घाट कमी डॉक्टर्स की क्वालिफिकेशन दे विच नहीं है जिस तरह लोग सवाल चक रहे हैं नहीं बिल्कुल गैप कित्थे है वेयर इज द गैप आई मीन द गैप इज नॉट कि डॉक्टर्स दे विच है या कोई कमी रही एक दिन दी ऑक्सीजन दी कमी नहीं रही इत्थे बेड्स दी कमी नहीं रही स्टाफ भी नाल दी नाल करते रहे स्टाफ की कमी जरूर रही है पर उसनों पूरे करने लिए आर्मी भी आई है सहायता हुई है टाइम टू टाइम सारा कुछ होंदा रहा है। सब तो बड़ी मैं कहती हाँ कि जिहड़ी डॉक्टर्स ने तकरीबन सारे पेशेंट्स सामले 400 बेड जब फुल होंदे ने 200 बेड फालतू पे सी हले ऑक्सीजन की कमी नहीं आई दवाइयां की कमी नहीं आई तो फिर मेरे ख्याल से लोगों को इस दे उत्ते उंगलियां उठाने का कोई हक नहीं बनता क्योंकि सवाल यही बनता है कि सीएम सिटी दे विच और इन्ना ओल्डेस्ट जिवें मैं जिक्र किया कि बड़ा ही इंपॉर्टेंट इंस्टीट्यूशन है अपने आप विच रजिंदरा हॉस्पिटल जिसकी क्रेडिबिलिटी ते सवाल और क्रेडिबिलिटी ते सवाल भी लोकल पटियाले दे लोगों ने चुके वो तो चक्कणगे क्योंकि ज़्यादा लोकल ही दाखल सीगे लोकल बंदियां दे या लोकल डिस्ट्रिक्ट लोकल जिहड़े नाल दे नाल समझ लो नाभा हो गया पातड़ा हो गया सिनौर देखो इस दे उत्ते हुण मैं इस गल दे उत्ते ना पॉलिटिक्स ना टिप्पणी करना चाहती हैं इन्ना कहना चाहती हैं कि इररिस्पोंसिबल नागरिकों का जिहड़ा बिहेवियर होया उस कारण होया जिसदी कोई फैमिली मैंबर गया उसका दुख बहुत ज़्यादा होंदा है वो हर एक चीज़ ते रोंदा है और सच्ची गल होंदी है उसनों भड़का के होर कुछ कहा के
ਕਿਸੇ ਨੂੰ ਬਲੇਮ ਕਰਨਾ ਕਿਸੇ ਇੰਸਟੀਟਿਊਟ ਨੂੰ ਜਿਨ੍ਹਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ, ਸੋ ਕਿਉਂਕਿ ਤੁਸੀਂ ਵੀ ਸਮੇਂ-ਸਮੇਂ ਤੇ ਕਹਿੰਦੇ ਰਹੇ ਕਿਉਂਕਿ ਇਹ ਸੀਐਮ ਦਾ ਗੜ ਹੈ, ਇਸ ਕਰਕੇ ਵੀ ਕਿਤੇ ਨਾ ਕਿਤੇ ਰਾਜਨੀਤੀ ਹੋਈ ਹੈ, ਕਿ ਇਹ ਰਾਜਨੀਤੀ ਹੋਈ ਹੈ ਇਹਦੇ ਵਿੱਚ? ਦੇਖੋ ਰਾਜਨੀਤੀ ਹੋਈ ਹੈ ਥੋੜੀ ਬਹੁਤੀ, ਔਰ ਪਰ ਹੁਣ ਮੇਰੇ ਖਿਆਲ 'ਚ ਪਿਛਲੇ ਹਫ਼ਤੇ 10 ਦਿਨਾਂ ਤੋਂ ਸੈਟਲ ਹੋਇਆ, ਕਿਉਂਕਿ ਅਸੀਂ ਵੀ ਥੋੜੀ ਜੀ ਫਿਰ ਐਕਟੀਵਿਟੀ ਕੀਤੀ। ਸਾਡੇ ਯੂਥ ਕਾਂਗਰਸ ਦੇ ਟੀਮਾਂ ਬਣਾਈਆਂ ਜੀ, 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਸਾਡੇ ਸ਼ਹਿਰ ਦੇ ਹੀ ਲੜਕੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਰਜਿਸਟਰ ਖੋਲ੍ਹੇ, ਜਾ ਕੇ ਉੱਥੇ ਬੈਠੇ ਉਹਨਾਂ ਦੇ ਨਾਲ ਜਿਹੜੇ ਬਾਹਰੋਂ ਪੇਸ਼ੈਂਟਸ ਦੇ ਨਾਲ ਆਏ ਹੋਏ ਸੀ ਫੈਮਿਲੀ ਮੈਂਬਰਸ, ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਸਮਝਾਇਆ ਕਿ ਤੁਸੀਂ ਨਹੀਂ ਜਾ ਸਕਦੇ ਅੰਦਰ, ਉੱਥੇ ਨਹੀਂ ਅਲਾਉਡ ਹੈਗਾ ਹੈ, ਪਰ ਉਹਨਾਂ ਦੀ ਜਿਹੜੀ ਸ਼ੰਕਾ ਸੀ ਉਹ ਕੰਟਰੋਲ ਰੂਮ ਤੋਂ ਉਹਨਾਂ ਦੀ ਪੂਰੀ ਕਰਵਾਈ। ਜਿਸ ਤਰ੍ਹਾਂ ਇੱਕ ਬ੍ਰਿਜ ਬਣ ਜਾਂਦਾ ਹੈ ਉਸ ਤਰ੍ਹਾਂ ਕੰਮ ਕੀਤਾ, ਔਰ ਸਾਰਿਆਂ ਦੀ ਬਹੁਤ ਵਧੀਆ ਸੈਟਿਸਫੈਕਸ਼ਨ ਆਈ ਹੈ। ਅੱਛਾ, ਇਹ ਰਾਜਨੀਤੀ ਕੀਤੀ ਕਿਨੇ, ਪੋਲੀਟੀਕਲ ਪਾਰਟੀਜ਼ ਜਾਂ ਕਿਸੇ ਹੋਰ ਨੇ, ਤੁਹਾਨੂੰ ਕੀ ਲੱਗਦਾ? ਦੇਖੋ ਰਾਜਨੀਤੀ ਪੋਲੀਟੀਕਲ ਪਾਰਟੀਜ਼ ਹੀ ਕਰਦੀਆਂ ਨੇ। ਮੈਂ ਇਹੀ ਸਮਝ ਜਾਂਦੀ ਕਿ ਪੋਲੀਟੀਕਲ ਪਾਰਟੀਜ਼ ਹੀ ਰਾਜਨੀਤੀ ਕਰਦੀਆਂ ਨੇ। ਤੁਹਾਡੇ ਆਪਣੇ ਹੀ EMPLOYEE ਸੀ, ਬੀਟ ਪੈਰਾਮੈਡੀਕਲ ਸਟਾਫ, ਨਰਸਿਸ ਜਾਂ ਡਾਕਟਰਸ? ਨਹੀਂ, ਉਹਨਾਂ ਨੇ ਨਹੀਂ ਕੀਤੀ। ਉਹਨਾਂ ਕੋਲ ਟਾਈਮ ਕਿੱਥੇ ਹੈ? ਦੇ ਡੋਂਟ ਹੈਵ ਦ ਟਾਈਮ, ਔਰ ਉਹ ਤਾਂ ਸੇਵਾ ਕਰ ਰਹੇ ਨੇ। ਇਹ ਸਾਡੇ ਆਪਣੇ ਹੀ ਕਈ ਅਨਸਰ ਹੁੰਦੇ ਨੇ ਜਿਨ੍ਹਾਂ ਨੇ ਇੰਪੋਰਟੈਂਸ ਲੈਣੀ ਹੈ, ਨਿਊਜ਼ ਬਣਾਉਣਾ ਹੈ, ਆਪਣੇ ਆਪ ਨੂੰ ਦਿਖਾਉਣਾ ਕਿ ਅਸੀਂ ਇੰਨਾ ਕੁਝ ਕਰ ਰਹੇ ਹਾਂ ਜੀ। ਅਸੀਂ ਕੁਝ ਨਹੀਂ ਕਰ ਰਹੇ, ਡਾਕਟਰਸ ਕਰ ਰਹੇ ਨੇ, ਜਿਹੜੀਆਂ ਸੰਸਥਾਵਾਂ ਨੇ NGOs ਨੇ ਉਹ ਕਰ ਰਹੇ ਨੇ, ਔਰ ਗਵਰਨਮੈਂਟ ਕਰ ਰਹੀ ਹੈ। ਅੱਛਾ, 1.5-2 ਸਾਲ ਹੋ ਗਏ ਇਸ ਕੋਵਿਡ-19 ਜਿਹੜੀ ਮਹਾਮਾਰੀ ਦੀ ਸਿਚੁਏਸ਼ਨ ਅਸੀਂ ਵੀ ਦੇਖ ਰਹੇ ਹਾਂ, ਇਕੋਨਮੀ ਨੂੰ ਕਿਤੇ ਨਾ ਕਿਤੇ ਖੜਾ ਕਰਤਾ ਹੈ। ਜੇ ਗੱਲ ਮੈਂ ਪੰਜਾਬ ਦੀ ਚਲੋ ਕਰਦੀ ਹਾਂ, ਸਟੈਂਡ ਸਟਿਲ ਹੋ ਗਿਆ, ਚਾਹੇ ਉਹ ਐਕਟੀਵਿਟੀਜ਼ ਨੇ, ਡਿਵੈਲਪਮੈਂਟ ਨੂੰ ਲੈ ਕੇ। ਜੇ ਗੱਲ ਪੰਜਾਬ ਦੇ ਇਸ਼ੂਜ਼ ਦੀ ਕੀਤੀ ਜਾਏ ਤਾਂ ਪੰਜਾਬ ਦੇ ਇਸ਼ੂਜ਼ ਤੁਹਾਨੂੰ ਪਤਾ ਜਿਹੜੇ ਰੂਟੀਨ ਦੇ ਵਿੱਚ ਜਦ ਇਲੈਕਸ਼ਨਸ ਆਉਂਦੇ ਰਹੀਆਂ ਉਹੀ ਚੱਲਦੇ ਆ ਰਹੇ ਨੇ ਪਿਛਲੇ ਕਈ ਸਾਲਾਂ ਤੋਂ। ਤਾਂ ਤੁਹਾਨੂੰ ਨਹੀਂ ਲੱਗਦਾ ਅੱਗੇ ਜਿਵੇਂ ਅਸੈਂਬਲੀ ਦੀ ਇਲੈਕਸ਼ਨਸ ਆ ਰਹੀਆਂ ਹੈ ਕਿ ਇੱਕ ਵੱਡਾ ਚੈਲੰਜ ਇਸ ਟਾਈਮ, ਕਿਉਂਕਿ ਰੂਲਿੰਗ ਗਵਰਨਮੈਂਟ ਤੁਹਾਡੀ ਹੈ, ਤੁਹਾਡੇ ਅੱਗੇ ਵੀ ਬਤੌਰ ਤੁਸੀਂ ਮੈਂਬਰ ਪਾਰਲੀਮੈਂਟ ਹੋ ਪਟਿਆਲੇ ਦੇ, ਚਲੋ ਪਟਿਆਲੇ ਦੇ ਤੋਂ ਥੋੜ੍ਹਾ ਜਿਹਾ ਬਾਹਰ ਨਿਕਲ ਕੇ ਮੈਂ ਓਵਰਆਲ ਸਟੇਟ ਦੀ ਗੱਲ ਕਰ ਰਹੀ ਹਾਂ, ਕਿ ਕਿੰਨੀ ਕੁ ਵੱਡੀ ਚੁਣੌਤੀ ਤੁਸੀਂ ਸਮਝਦੇ ਹੋ? ਕਿਉਂਕਿ ਅੱਗੇ ਅਸੈਂਬਲੀ ਇਲੈਕਸ਼ਨਸ ਨੇ ਤੇ ਦੂਜੇ ਪਾਸੇ ਕਰੋਨਾ ਕਰਕੇ ਬੜੀਆਂ ਸਾਰੀਆਂ ਪ੍ਰੋਬਲਮਸ ਇਸ 'ਚੋਂ ਵੀ ਨਿਕਲੀਆਂ ਨੇ। ਹੁਣ ਜਿਵੇਂ ਕਿ ਤੁਸੀਂ ਵੀ ਜਾਣਦੇ ਹੋ, ਚਾਹੇ ਬਿਜ਼ਨਸਮੈਨ ਦਾ ਨੂੰ ਦੇਖ ਲਓ, ਬੱਚੇ ਜਿਹੜੇ ਨੇ ਘਰਾਂ 'ਚ ਬੈਠੇ ਨੇ, ਸਕੂਲ ਨਹੀਂ ਜਾ ਰਹੇ, ਸਕੂਲ ਫੀਸ ਨੂੰ ਲੈ ਕੇ ਕਿੰਨੇ ਸਾਰਾ ਵਿਵਾਦ ਵੀ ਖੜਾ ਹੋਇਆ। ਸੋ ਪ੍ਰੋਬਲਮ ਇਸ਼ੂਜ਼ ਬਹੁਤ ਸਾਰੇ ਨੇ, ਤਾਂ ਇਹ ਕਿੰਨਾ ਕੁ ਵੱਡਾ ਚੈਲੰਜ ਹੈ ਤੁਹਾਡੇ ਸਾਹਮਣੇ, ਤੁਹਾਡੇ ਵਾਸਤੇ? ਇਹ ਬਹੁਤ ਵੱਡਾ ਚੈਲੰਜ ਹੈ, ਸਾਰੇ ਦੇਸ਼ ਦੇ ਵਿੱਚ ਚੈਲੰਜ ਹੈ ਜੀ। ਪੰਜਾਬ ਦੇ ਵਿੱਚ ਐਤਕੀ ਚੈਲੰਜਸ ਨਾਰਮਲ ਟਾਈਮਸ ਤੋਂ ਬਹੁਤ ਜ਼ਿਆਦਾ ਹੋਏ ਨੇ। ਹਾਂਜੀ, ਸਭ ਤੋਂ ਪਹਿਲੇ ਸਾਡੇ ਕਿਸਾਨਾਂ ਦਾ ਇਸ਼ੂ ਆ ਗਿਆ, ਔਰ ਇਹ ਮੇਰੇ ਖਿਆਲ 'ਚ ਅਸੀਂ ਸਮਝ ਨਹੀਂ ਸਕਦੇ ਕਿ ਮਹਾਮਾਰੀ ਜ਼ਿਆਦਾ ਚੈਲੰਜ ਹੈ ਕਿ ਕਿਸਾਨਾਂ ਦਾ ਜ਼ਿਆਦਾ ਚੈਲੰਜ। ਇਹੀ ਮੈਂ ਕਰਨਾ, ਇਹ ਪ੍ਰੋਬਲਮ ਸਾਡੇ ਹੋਂਦ ਦਾ ਪ੍ਰੋਬਲਮ ਸਮਝ ਲਓ, ਜੋ ਕਿਸਾਨਾਂ ਦਾ ਪ੍ਰੋਬਲਮ ਹੈ। ਔਰ ਮੇਰੇ ਖਿਆਲ 'ਚ ਇਹਦੇ ਵਿੱਚ ਪੰਜਾਬ ਗਵਰਨਮੈਂਟ ਨੇ ਆਪਣੇ ਵੱਲੋਂ, ਔਰ ਇੱਕ ਪੰਜਾਬ ਦੇ ਨਾਗਰਿਕ ਨੇ ਪਾਰਟੀ ਲਾਈਨਸ ਤੋਂ ਉੱਪਰ ਉੱਠ ਕੇ ਕਿਸਾਨਾਂ ਦਾ ਸਾਥ ਦਿੱਤਾ ਹੈ। ਮੈਂ ਛੋਟਾ ਜਿਹਾ ਇਨ ਨਟਸ਼ੈਲ ਕਹਿਣਾ ਚਾਹੂੰਗੀ ਕਿ 3-4-5-7 ਇਸ਼ੂਜ਼ ਜਿਹੜੇ ਪੰਜਾਬ ਦੇ, ਪਾਣੀਆਂ ਦਾ ਮੁੱਦਾ, ਅਨਐਮਪਲੋਇਮੈਂਟ ਨੂੰ ਲੈ ਕੇ ਬਾਰੀ ਨੌਕਰੀਆਂ ਨੂੰ ਲੈ ਕੇ ਗੱਲਾਂ ਉੱਡਦੀਆਂ ਰਹੀਆਂ, ਡਰੱਗ ਮਾਫੀਆ ਨੂੰ ਲੈ ਕੇ, ਡਰੱਗ ਕਲਚਰ ਨੂੰ ਖਤਮ ਕਰਨ ਲਈ, ਗੈਂਗਸਟਰ ਕਲਚਰ ਨੂੰ ਖਤਮ ਕਰਨ ਦੇ ਲਈ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿਸਾਨਾਂ ਦਾ ਮੁੱਦਾ, ਕਿਸਾਨ ਪਹਿਲਾਂ ਹੀ ਖੁਦਕੁਸ਼ੀ ਦੇ ਰਾਹ 'ਤੇ ਤੁਰੇ ਹੋਏ ਸੀ, ਤੇ ਹੁਣ ਕਿਸਾਨੀ ਅੰਦੋਲਨ ਤੁਸੀਂ ਵੀ ਦੇਖ ਰਹੇ ਹੋ ਕਿਸ ਤਰ੍ਹਾਂ ਚੀਜ਼ਾਂ, ਹੋਰ ਇਸ ਤਰ੍ਹਾਂ ਦੇ ਬੜੇ ਸਾਰੇ ਜਿਹੜੇ ਪੰਜਾਬ ਦੇ ਮੇਨ ਇਸ਼ੂ ਸੀਗੇ, ਕਿਤੇ ਨਾ ਕਿਤੇ ਉਹ ਉਸ ਤੋਂ ਇਲਾਵਾ ਬੇਦਬੀ ਵਾਲਾ ਸਭ ਤੋਂ ਇੰਪੋਰਟੈਂਟ ਸੈਕਟਰਲੇਜ ਨੂੰ ਲੈ ਕੇ ਇਸ਼ੂ ਜਿਹੜਾ ਸੀਗਾ, ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਸੱਚਾਈ ਸਾਹਮਣੇ ਨਹੀਂ ਆਈ। ਇਹ ਸਾਰੇ ਪੰਜਾਬ ਦੇ ਇਸ਼ੂਜ਼ ਜਿਹੜੀ ਹਮੇਸ਼ਾ ਸੈਂਟਰਿਕ ਰਹੇ ਇਲੈਕਸ਼ਨਸ ਦੇ ਵਿੱਚ, ਲੇਕਿਨ ਹਲੇ ਇਹਨਾਂ 'ਤੇ ਗੱਲ ਘੱਟ ਹੋ ਰਹੀ ਹੈ ਕਿਉਂਕਿ ਸਾਰੇ ਜਿਹੜੇ ਨੇ ਕਿਤੇ ਨਾ ਕਿਤੇ ਉਲਝੇ ਹੋਏ ਨੇ ਕੋਵਿਡ-19 ਦੀ ਸਥਿਤੀ, ਇਸ ਮਹਾਮਾਰੀ ਦੇ ਵਿੱਚ। ਦੇਖੋ ਜਿਹੜਾ ਬਾਟਮ ਲਾਈਨ ਹੈ ਨਾ ਹਰ ਇੱਕ ਪ੍ਰੋਬਲਮ ਦਾ, ਇਕਨੋਮਿਕ ਹੈਗਾ ਜੀ। ਕਿਸਾਨ ਵੀ ਆਪਣੀ ਰੋਜ਼ੀ ਰੋਟੀ ਲਈ ਰੋ ਰਹੇ ਨੇ। ਕੋਵਿਡ ਨੇ ਇੱਕ ਵਰਗ ਨੂੰ, ਵਪਾਰੀਆਂ ਨੂੰ, ਕੋਈ ਵੀ ਕੰਮ ਹੋਏ ਸਾਰਿਆਂ ਨੂੰ ਸੜਕ 'ਤੇ ਲੈ ਆਏ। ਬਿਲਕੁਲ, ਉਹ ਰੋ ਰਹੇ ਨੇ।
ਅੱਛਾ, ਜਿੱਥੇ ਤੁਹਾਡੀ ਰੋਜ਼ ਦੀ 2 ਰੋਟੀਆਂ ਦਾ ਸਵਾਲ ਹੋ ਜਾਏ ਉੱਥੇ ਫਿਰ ਸਾਰਾ ਕੁਝ ਹੋਰ ਖਤਮ ਹੋ ਜਾਂਦਾ ਹੈ। ਔਰ ਮੇਨ ਕਾਰਨ ਇਸ ਦਾ ਕੋਵਿਡ ਔਰ ਜੋ ਸੈਂਟਰ ਨੇ ਕਿਸਾਨਾਂ ਦਾ ਲੈ ਕੇ ਆਏ ਨੇ ਕਾਲੇ ਕਾਨੂੰਨ ਕਹਿ ਲਓ, ਇਹਨਾਂ ਨੇ ਔਰ ਜੋ ਉਹਨਾਂ ਦੀਆਂ ਨੀਤੀਆਂ ਪਹਿਲੇ ਸੀ, ਚਾਹੇ ਉਹ ਨੋਟਬੰਦੀ ਹੋਏ, ਚਾਹੇ ਉਹ GST ਹੋਏ ਜਿਹੜਾ ਠੀਕ ਤਰ੍ਹਾਂ ਨਹੀਂ ਇੰਪਲੀਮੈਂਟ ਹੋਇਆ, ਇਹ ਸਾਰਾ ਕੁਛ ਹੁਣ ਇਹ ਇੱਕ ਬਰਨਿੰਗ ਇਸ਼ੂ ਬਣ ਗਿਆ ਸਾਰੇ ਕਿਤੇ। ਔਰ ਲੋਕ ਵੀ ਬੇਬਸ ਨੇ, ਗਵਰਨਮੈਂਟ ਵੀ ਕਿਸੇ ਹੱਦ ਤੱਕ ਬੇਬਸ ਹੈ। ਕੋਈ ਨਹੀਂ ਚਾਹੁੰਦਾ ਕਿ ਸਾਡੇ ਨਾਗਰਿਕ ਮਹੀਨੇ ਪਰ ਮਹੀਨੇ ਸਟ੍ਰਾਈਕ 'ਤੇ ਚੱਲਣ। ਕੋਈ ਰਿਸਪੌਂਸਿਬਲ ਬੰਦਾ ਨਹੀਂ, ਨਾ ਗਵਰਨਮੈਂਟ। ਪਰ ਜਦ ਗਵਰਨਮੈਂਟ ਕੋਲ ਉਹ ਵੇਅਰਵਿਦਆਲ ਨਾ ਹੋਏ ਤਾਂ ਤੁਸੀਂ ਦੱਸੋ ਕਿੱਥੇ ਹੋ ਸਕਦਾ ਹੈ। 26 ਮਈ 2021 ਆਲਮੋਸਟ ਪੂਰੇ 6 ਮਹੀਨੇ ਹੋ ਗਏ ਦਿੱਲੀ ਦੇ ਬਾਰਡਰਾਂ ਤੇ ਜਿਹੜੇ ਸਾਡੇ ਕਿਸਾਨ ਵੀਰ ਨੇ ਡਟੇ ਹੋਏ ਨੇ, ਜੰਗ ਲੜ ਰਹੇ ਨੇ, ਆਪਣੀ ਲੜਾਈ ਲੜ ਰਹੇ ਨੇ। ਔਰ ਤੁਸੀਂ ਦੇਖਿਆ ਕਿੰਨੀਆਂ ਕੀਮਤੀਆਂ ਜਾਨਾਂ ਵੀ ਗਈਆਂ। ਔਰ ਅੱਜ ਬਲੈਕ ਡੇ ਵੀ ਮਨਾ ਰਹੇ ਨੇ, ਤੁਹਾਨੂੰ ਪਤਾ ਹੈ, ਸ਼ਕਤੀ ਪ੍ਰਦਰਸ਼ਨ ਵੀ ਉਹਨਾਂ ਵੱਲੋਂ ਕੀਤਾ ਜਾ ਰਿਹਾ। ਔਰ ਕਿਤੇ ਨਾ ਕਿਤੇ ਇਹੀ ਮੈਂ ਸਮਝਣਾ ਚਾਹੁੰਦੀ ਹਾਂ ਕਿ ਇੱਕ ਤਾਂ ਇਹ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਉਤਰੇ ਸੀਗੇ ਵੀ ਇਹ ਰੱਦ ਕੀਤੇ ਜਾਣ, ਤਾਂ ਇਹਨਾਂ ਦੀ ਫੰਡਿੰਗ ਨੂੰ ਲੈ ਕੇ ਵੀ ਬੜੇ ਸਾਰੇ ਸਵਾਲ ਚੱਕੇ ਜਾ ਰਹੇ ਨੇ ਕਿ ਬਾਹਰੋਂ ਫੰਡਿੰਗ ਹੋ ਰਹੀ ਹੈ, ਬੜੇ ਸਾਰੇ ਪੈਸੇ ਇਕੱਠੇ ਹੋ ਗਏ। ਸੋ ਕੀ ਇਹ ਪ੍ਰੋਪੇਗੈਂਡਾ ਹੈ? ਕਿਉਂਕਿ ਕਿਸਾਨਾਂ ਦੇ ਜਿਹੜਾ ਇਹ ਅੰਦੋਲਨ ਹੈ, ਇਹਨਾਂ ਦੇ ਇਹਨੂੰ ਬੈਡ ਕਲਰ ਦੇਣ ਦੀ, ਇਸ ਮੋਰਚੇ ਨੂੰ ਬੈਡ ਕਲਰ ਦੇਣ ਦੀ ਕੋਸ਼ਿਸ਼ ਜਿਹੜੀ ਹੈ ਐਜੀਟੇਸ਼ਨ ਨੂੰ ਦਿੱਤੀ ਜਾ ਰਹੀ ਹੈ ਕਿਤੇ ਨਾ ਕਿਤੇ। ਦੇਖੋ, ਕੋਸ਼ਿਸ਼ ਜ਼ਰੂਰ ਹੋਈ ਹੈ ਪਰ ਮੇਰੇ ਖਿਆਲ 'ਚ ਉਹਦਾ ਜ਼ਿਆਦਾ ਅਸਰ ਨਹੀਂ ਪਿਆ। ਔਰ ਮੈਂ ਤਾਂ ਧੰਨਵਾਦ ਕਰਦੀ ਹਾਂ ਸਾਰਿਆਂ ਨੇ ਜਿਨ੍ਹਾਂ ਨੇ ਜਿੱਥੋਂ ਮਰਜ਼ੀ ਫੰਡਿੰਗ ਆਈ ਹੋਏ ਕਿਸਾਨਾਂ ਦੀ ਸਹੂਲਤਾਂ ਲਈ, ਇਹਨਾਂ ਨੂੰ ਸਸਟੇਨ ਕਰਨ ਲਈ, ਇਹਨਾਂ ਦੀ ਰੋਟੀ ਪਾਣੀ ਲਈ, ਇਹਨਾਂ ਦੀ ਦਵਾਈਆਂ ਲਈ ਜੋ NGOs ਨੇ ਬਾਹਰੋਂ ਔਰ ਇੱਥੋਂ ਕੰਮ ਕੀਤਾ ਹੈ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਕਿਉਂਕਿ ਹਰ ਇੱਕ ਕਿਸਾਨੀ ਦੇ ਨਾਲ ਕੋਈ ਸਾਡਾ ਇੱਕ ਘਰ ਜੁੜਿਆ ਹੋਇਆ, ਕੋਈ ਨਾ ਕੋਈ ਕਿਸਾਨ ਹੈਗਾ। ਜੀ ਜੀ ਜੀ। ਸੋ ਮੇਰੇ ਖਿਆਲ 'ਚ ਇਹ ਜਿਹੜਾ ਮੁੱਦਾ ਹੈ ਨਾ, ਇਹ ਪੰਜਾਬ ਦੇ ਲੋਕ ਔਰ ਇਹਦੇ ਨਾਲ ਜੇ ਦੁਨੀਆ ਦੇ ਲੋਕ ਵੀ, ਕਿਉਂਕਿ ਦੁਨੀਆ ਛੋਟੀ ਜਗ੍ਹਾ ਹੋ ਗਈ, ਸਾਰੀ ਦੀ ਓਪੀਨੀਅਨ ਹੈ, ਸਾਡੇ NRI ਬਹੁਤ ਹੈ, ਉਹਨਾਂ ਦੀ ਜੇ ਓਪੀਨੀਅਨ ਇਹਨਾਂ ਦੀ ਫੇਵਰ 'ਚ ਆਏ ਤਾਂ ਉਹ ਕੋਈ ਬੁਰੀ ਗੱਲ ਨਹੀਂ ਹੈ। ਅੱਛਾ, ਨਵਜੋਤ ਸਿੰਘ ਸਿੱਧੂ ਨੂੰ ਕੀ ਤੁਸੀਂ ਪਟਿਆਲੇ ਦੇ ਕੈਂਡੀਡੇਟ ਵਜੋਂ ਦੇਖ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ? ਜਿਸ ਤਰ੍ਹਾਂ ਦੀ ਗੱਲ ਚੱਲ ਰਹੀ, ਕੀ ਤੁਸੀਂ ਐਸ ਪੋਲੀਟੀਕਲ ਥ੍ਰੈਟ ਲੈਂਦੇ ਹੋ? ਤੁਸੀਂ ਸਿਟਿੰਗ MP ਹੋ ਇਸ ਵੇਲੇ? ਬਿਲਕੁਲ ਨਹੀਂ, ਕੋਈ ਪੋਲੀਟੀਕਲ ਥ੍ਰੈਟ ਨਹੀਂ, ਕੁਛ ਨਹੀਂ। ਸਾਰਿਆਂ ਦੀ ਆਪਣੀ ਆਪਣੀ ਜਗ੍ਹਾ ਹੈ। ਇਹਨੂੰ ਨਵਜੋਤ ਨੂੰ ਬਹੁਤ ਦਿਨਾਂ ਬਾਅਦ ਸਡਨਲੀ ਪਟਿਆਲਾ ਯਾਦ ਆਇਆ। ਇਹ ਕਿਉਂ? ਮੈਂ ਤਾਂ ਕਦੀ ਪਟਿਆਲਾ ਛੱਡ ਕੇ ਅੰਮ੍ਰਿਤਸਰ ਨਹੀਂ ਜਾਊਂਗੀ। ਅੰਮ੍ਰਿਤਸਰ ਸਿਟਿੰਗ MLA ਨੇ ਆਪਣਾ ਸਾਂਭਣ, ਅੱਜ ਕੱਲ੍ਹ ਮਹਾਮਾਰੀ ਦੇ ਟਾਈਮ ਦੇ ਵਿੱਚ, ਔਖੇ ਸਮੇਂ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਤੁਹਾਨੂੰ ਭੇਜਿਆ ਹੈ ਉਹਨਾਂ ਦੀ ਹਿਫਾਜ਼ਤ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਸੋ ਆਈ ਫੀਲ ਠੀਕ ਹੈ, ਪਟਿਆਲਾ ਘਰ ਹੈ, ਜੀ ਸਦਕੇ ਆਉਣ। ਇਹਨਾਂ ਦੇ ਫਾਦਰ ਇੱਥੇ DCC ਪ੍ਰੈਜ਼ੀਡੈਂਟ ਸੀਗੇ। ਹੀ ਇਜ਼ ਪਾਰਟ ਆਫ ਪਟਿਆਲਾ, ਪੜ੍ਹੇ ਨੇ ਇੱਥੇ, ਖੇਡੇ ਨੇ, ਪਟਿਆਲੇ ਦਾ ਨਾਂ ਰੌਸ਼ਨ ਹੋਇਆ ਕ੍ਰਿਕਟ ਦੇ ਵਿੱਚ। ਪਰ ਇਸ ਟਾਈਮ ਦੇ ਉੱਤੇ ਜ਼ਰੂਰ ਆਉਣ, ਪਰ ਨਾਲ ਦੀ ਨਾਲ ਆਪਣੀ ਜਿਹੜੀ ਇਹਨਾਂ ਦੀ ਕੰਸਟੀਟਿਊਂਸੀ ਹੈਗੀ ਹੈ ਅੰਮ੍ਰਿਤਸਰ 'ਚ, ਉਸ ਨੂੰ ਵੀ ਦੇਖਣ। ਉੱਥੇ ਜਾ ਕੇ ਪੋਲੀਟਿਕਲੀ ਉੱਥੇ ਰਿਪਰੈਜ਼ੈਂਟ ਕਰਦੇ ਨੇ। ਅਗਲੀ ਜੋ ਹੋਊਗਾ ਉਹ ਅਲੱਗ ਗੱਲ ਹੈ, ਉਹ ਉਦੋਂ ਗੱਲ ਕਰਾਂਗੇ। ਅਸੀਂ ਅੱਜ ਦੀ ਗੱਲ ਕਰ ਰਹੇ ਹਾਂ। ਤੁਸੀਂ ਬਖੂਬੀ ਜਾਣਦੇ ਹੋ ਜਿਸ ਤਰ੍ਹਾਂ ਕਿ ਰੋਜ਼ਾਨਾ ਟਵੀਟ ਵਾਰ ਵੀ ਅਸੀਂ ਦੇਖ ਰਹੇ ਹਾਂ ਵਿਦਨ ਦਾ ਪਾਰਟੀ, ਜਿਹੜਾ ਕਾਈਂਡ ਆਫ ਕਹਿ ਸਕਦੇ ਹਾਂ ਕਿ ਕਾਟੋ ਕਲੇਸ਼ ਚੱਲ ਰਹੇ ਇਨ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਸਿਰਫ ਇੱਕ ਪੋਰਟਫੋਲੀਓ ਹੀ ਚੇਂਜ ਹੋਣਾ ਕਾਰਨ ਸੀ ਜਾਂ ਕੋਈ ਹੋਰ ਕਾਰਨ ਸੀ ਨਵਜੋਤ ਸਿੰਘ ਸਿੱਧੂ ਦੇ? ਦੇਖੋ, ਉਹ ਤਾਂ ਤੁਸੀਂ ਨਵਜੋਤ ਨੂੰ ਪੁੱਛੋ, ਉਹਦੇ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ। ਪਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਇਹ ਜਿਹੜਾ ਟਾਈਮ ਹੈ ਨਾ, ਇੱਕ ਰਿਸਪੌਂਸਿਬਲ ਸਿਟੀਜ਼ਨ ਹੋ ਕੇ ਜਿਹੜੀ ਭੀੜ ਪੰਜਾਬ ਦੇ ਨਾਗਰਿਕਾਂ ਨੂੰ ਆਈ ਹੋਈ ਹੈ, ਸਾਰੇ ਹਿੰਦੁਸਤਾਨ ਨੂੰ ਆਈ ਹੈ, ਪਰ ਵੀ ਰਿਪਰੈਜ਼ੈਂਟ ਪੰਜਾਬ। ਅਸੀਂ ਇੱਥੇ ਇਸ ਭੀੜ ਦੇ ਸਮੇਂ ਦੇ ਉੱਤੇ ਅਸੀਂ ਸਭ ਤੋਂ ਪਹਿਲੇ ਆਪਣੇ ਜੋ ਰਿਸਪੌਂਸਿਬਿਲਿਟੀ ਦਿੱਤੀ ਗਈ ਆ ਉਸ ਨੂੰ ਨਿਭਾਈਏ, ਨਾ ਕਿ ਹੋਰ ਗੱਲਾਂ ਦੇ ਵਿੱਚ ਪਈਏ। ਟਾਈਮ ਆ ਜਾਊਗਾ, ਹਰ ਇੱਕ ਚੀਜ਼ ਦਾ ਟਾਈਮ ਹੁੰਦਾ। ਇਹ ਟਾਈਮ ਹੈਗਾ ਤੁਸੀਂ ਆਪਣੀ ਸਾਰੀਆਂ ਚੀਜ਼ਾਂ ਛੱਡ ਕੇ ਆਪਣੇ ਲੋਕ ਸੇਵਾ ਕਰੋ।
ਵਟ ਅਬਾਊਟ ਅਦਰ ਲੀਡਰਸ ਇਨ ਕਾਂਗਰਸ ਜਿਹੜੇ ਕਿ ਹਿਡਨ ਮੀਟਿੰਗ ਕਰ ਰਹੇ ਨੇ, ਮੀ ਟੂ ਮੂਵਮੈਂਟ ਦਾ ਇੱਕਦਮ ਐਕਟਿਵ ਹੋ ਜਾਣਾ ਅਗੇਂਸਟ ਚੰਨੀ, ਇਹ ਸਾਰੀਆਂ ਚੀਜ਼ਾਂ ਕਿਵੇਂ ਵੇਖ ਰਹੇ ਹੋ? ਬੜੀਆਂ ਸਾਰੀਆਂ ਤੁਹਾਨੂੰ ਪਤਾ ਡਿਵੈਲਪਮੈਂਟਸ ਹੋ ਰਹੀਆਂ ਅੱਜ ਕੱਲ੍ਹ। ਦੇਖੋ ਜਿਉਂ ਇਲੈਕਸ਼ਨ ਦਾ ਟਾਈਮ ਆਉਂਦਾ ਹੈ ਨਾ, ਡਿਵੈਲਪਮੈਂਟਸ ਕੁਦਰਤੀ ਹੋ ਜਾਂਦੀਆਂ ਹਰ ਇੱਕ ਪਾਰਟੀ ਦੇ ਵਿੱਚ, ਔਰ ਜਿਹੜੀ ਰੂਲਿੰਗ ਪਾਰਟੀ ਹੁੰਦੀ ਉਹਦੇ ਵਿੱਚ ਨੈਚੁਰਲੀ ਜ਼ਿਆਦਾ ਹੁੰਦੀਆਂ ਨੇ ਔਰ ਫੋਰਫਰੰਟ 'ਚ ਆਉਂਦੀਆਂ ਨੇ। ਸੋ ਇਹ ਪਾਰਟ ਐਂਡ ਪਾਰਸਲ ਆਫ ਪੋਲੀਟੀਕਲ ਲਾਈਫ ਹੈਗਾ। ਆਈ ਥਿੰਕ ਰਿਸਪੋਂਸਿਬਲੀ ਡੀਲ ਕਰਨਾ ਚਾਹੀਦਾ। ਜਿਹੜੇ ਬੰਦੇ ਨੇ, ਸਭ ਨੇ ਅੰਤ ਦੇ ਵਿੱਚ ਆਪਣੇ ਲੋਕਾਂ ਕਨੀ ਜਾਣਾ, ਉਹਨਾਂ ਨੇ ਤੁਹਾਨੂੰ ਫਤਵਾ ਦੇਣਾ, ਉਹ ਫਿਰ ਤੁਹਾਡਾ ਡਿਸਾਈਡ ਕਰਨਗੇ ਕਿ ਕੀ ਹੋਇਆ। ਮੇਰੀ ਤਾਂ ਇੰਨੀ ਅਪੀਲ ਹੈ ਕਿ ਅੱਜ ਜੇ ਤੁਸੀਂ ਜਿੱਤਣਾ ਹੈ, ਕੁਛ ਕਰਨਾ ਹੈ, ਤਾਂ ਯੂਨਾਈਟਡਲੀ ਸਾਰੇ ਕੰਮ ਕਰੀਏ ਕਿ ਅਸੀਂ ਆਪਣੇ ਪੰਜਾਬ ਨੂੰ ਮਹਾਮਾਰੀ ਤੋਂ, ਇਕਨੋਮਿਕ ਬਰਬਾਦੀ ਤੋਂ ਬਚਾਈਏ। ਇੱਕ ਹੋਰ ਬੜਾ ਇੰਪੋਰਟੈਂਟ ਸਵਾਲ ਹੈ, ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਅੱਗੇ ਇਲੈਕਸ਼ਨਸ ਆ ਰਹੇ ਨੇ, ਕਿਹੜੇ ਮੇਨ ਮੁੱਦੇ ਲੈ ਕੇ ਤੁਸੀਂ ਅੱਗੇ ਹੋਵੋਗੇ? ਦੇਖੋ ਹਲੇ 4-5 ਮਹੀਨੇ ਹੈਗੇ ਨੇ, ਮੁੱਦੇ ਹਲੇ ਸਾਹਮਣੇ ਹੀ ਨੇ। ਕਿਸਾਨੀ ਦਾ ਮੁੱਦਾ, ਬੇਰੁਜ਼ਗਾਰੀ ਦੇ ਕਾਰਨ, ਮਹਾਮਾਰੀ, ਇਕਨੋਮਿਕ, ਇਹ ਸਾਰੇ ਸਾਹਮਣੇ ਆਉਂਦੇ ਨੇ। ਅਸੀਂ ਜ਼ਰੂਰ ਆਪਣਾ ਪੱਖ ਦੱਸਾਂਗੇ ਕਿ ਇਸ ਮੁਸ਼ਕਿਲ ਸਥਿਤੀ ਦੇ ਵਿੱਚ ਸਾਡੀ ਗਵਰਨਮੈਂਟ ਨੇ ਕਿਸ ਤਰੀਕੇ ਦੇ ਨਾਲ ਸਾਹਮਣਾ ਕੀਤਾ, ਔਰ ਲੋਕਾਂ ਨੂੰ ਪਤਾ ਹੈ। ਹੁਣ ਕਿਸੇ ਨੂੰ ਤੁਸੀਂ ਬੜੀਆਂ ਚੁਟਕਲੇ ਸੁਣਾ ਕੇ ਜਾਂ ਕੋਈ ਡਰਾਮੇ ਕਰਕੇ ਇਹ ਚੱਲਦੇ ਨਹੀਂ। ਲੋਕਾਂ ਨੇ ਫਤਵਾ ਦੇਣਾ, ਸਾਰੇ ਅਸੀਂ ਜਾ ਕੇ ਆਪਣੀ ਗੱਲ ਸਾਹਮਣੇ ਰੱਖਾਂਗੇ। ਔਰ ਮੈਨੂੰ ਪੂਰਾ ਵਿਸ਼ਵਾਸ ਹੈਗਾ ਕਿ ਅੱਜ ਦੀ ਸਥਿਤੀ ਦੇ ਉੱਤੇ ਲੋਕ ਜ਼ਰੂਰ ਸਮਝਦੇ ਨੇ ਕਿਸ ਨੇ ਕਿੰਨਾ ਕੰਮ ਕੀਤਾ, ਉਹਦਾ ਫਤਵਾ ਦੇਣਗੇ। ਤੁਹਾਡੇ ਐਮਪੀ ਲੈਡ ਫੰਡ 'ਤੇ ਵੀ ਗੱਲ ਕਰਾਂਗੇ। ਪਿਛਲੇ ਸਾਲ ਵਾਲੇ ਆਈ ਥਿੰਕ ਲੈਪਸ ਹੋ ਗਏ ਸੀਗੇ, ਔਰ ਦੁਬਾਰਾ ਤੋਂ ਹੁਣ 31 ਮਾਰਚ ਤੋਂ ਬਾਅਦ ਦੂਸਰਾ ਈਅਰ ਸ਼ੁਰੂ ਹੋ ਜਾਂਦਾ ਹੈ। ਸੋ ਕਿਸ ਤਰ੍ਹਾਂ ਐਲੋਕੇਟ, ਰੀਐਲੋਕੇਟ? ਦੇਖੋ ਇਹ ਸਾਰਾ ਮੁੱਦਾ ਅਸੀਂ ਇੱਕ ਐਮਪੀ ਨੇ ਅਕ੍ਰੋਸ ਪਾਰਟੀ ਲਾਈਨਸ ਚੱਕਿਆ ਸੀ। ਹਾਂਜੀ, ਕਿਉਂਕਿ ਐਕਸਟਰਾ ਸਿਚੁਏਸ਼ਨ ਕੋਵਿਡ ਕਰਕੇ ਐਕਸਟਰਾ ਮਿਲ ਜਾਂਦਾ। ਦੈਟਸ ਵਾਟ ਆਈ ਵਾਂਟ। ਐਕਸਟਰਾ ਨਹੀਂ ਮਿਲਿਆ। ਅੱਛਾ, ਨਹੀਂ ਮਿਲਿਆ। ਫਰਸਟ ਟ੍ਰਾਂਚ ਆਇਆ ਸਾਡਾ ਦਿਸ ਈਅਰ 2.5 ਕਰੋੜ ਦਾ ਸਭ ਨੂੰ। ਤੇ ਮੇਰੇ ਜਿੱਥੇ ਤੱਕ ਮੇਰਾ ਸਵਾਲ ਹੈ, ਕਿਉਂਕਿ ਸਭ ਤੋਂ ਪਹਿਲੇ ਲੋੜ ਸੀਗੀ ਇੱਥੇ ਆਕਸੀਜਨ ਪਲਾਂਟਸ ਦੀ, ਕਿ ਅਸੀਂ ਜਿਸ ਤਰ੍ਹਾਂ ਕਹਿ ਰਹੇ ਨੇ ਥਰਡ ਵੇਵ ਰੱਬ ਕਰੇ ਨਾ ਆਏ, ਪਰ ਤਿਆਰੀ ਪੂਰੀ ਹੋਣੀ ਚਾਹੀਦੀ ਹੈ। ਸੋ ਇਸ ਨੂੰ ਮੁੱਦੇ ਨਜ਼ਰ ਰੱਖ ਕੇ ਮੈਂ ਗੱਲ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਅਸੀਂ, ਮੈਂ ਜਿੰਨਾ ਵੀ ਮੈਂ 2.5 ਕਰੋੜ ਪਾ ਸਕਦੀ ਹਾਂ, ਕਿਸ ਤਰ੍ਹਾਂ ਅਸੀਂ ਪਲਾਂਟ ਲਗਵਾ ਸਕਦੇ ਹਾਂ। ਪਰ ਲੋਕਾਂ ਨੇ, ਬਿਜ਼ਨਸ ਵਾਲਿਆਂ ਨੇ, ਜੋ NGOs ਨੇ, ਇਹਨਾਂ ਨੇ ਸਾਥ ਬਹੁਤ ਦਿੱਤਾ। ਔਰ ਅੱਜ ਦੀ ਦਿਹਾੜੀ 10-11 ਆਕਸੀਜਨ ਪਲਾਂਟ ਪਟਿਆਲੇ ਡਿਸਟ੍ਰਿਕਟ 'ਚ ਲੱਗ ਰਹੇ ਨੇ ਜੀ। 6 ਲੱਗ ਰਹੇ ਨੇ ਪਟਿਆਲੇ ਸ਼ਹਿਰ 'ਚ, ਔਰ ਇੱਕ ਲੱਗ ਰਿਹਾ ਪਾਤੜਾ ਹਸਪੀਟਲ ਜਿਹੜਾ ਇੱਥੋਂ ਥੋੜ੍ਹੀ ਦੂਰ ਹੈ, ਇੱਕ ਰਾਜਪੁਰਾ, ਇੱਕ ਨਾਭਾ, ਇੱਕ ਸਮਾਣਾ। ਰੂਰਲ ਏਰੀਆਸ 'ਚ ਬੜਾ ਸਾਰਾ ਮਤਲਬ ਪੈਨਿਕ ਕ੍ਰੀਏਟ ਹੈ, ਉਸ ਨੂੰ ਕਿਵੇਂ ਤੁਸੀਂ ਇਹ ਵੀ ਨਾਲ ਹੀ ਇਹਦੇ 'ਚ ਹੀ ਐਡ ਕਰ? ਚਲੋ ਇਹ ਮੈਂ ਦੱਸਣਾ ਚਾਹੁੰਦੀ ਹਾਂ, ਪਹਿਲੇ ਇਹ ਮੈਂ ਕੰਪਲੀਟ ਕਰ ਲਾਂ ਕਿ ਇਹਦੇ ਵਿੱਚ ਜਦ ਪਲਾਂਟਸ ਦਾ ਉਹਨਾਂ ਨੇ ਕਰਤਾ, ਆਈ ਹੋਪ ਬਾਈ ਜੂਨ ਐਂਡ ਸਾਰੇ ਲੱਗ ਜਾਣਗੇ, ਆਪਰੇਸ਼ਨਲ ਹੋ ਜਾਣਗੇ। ਇਹਦੇ ਵਿੱਚ ਜਿਹੜੀ ਦੂਜੀ ਜਨਰੇਟਰ ਸੈਟ, ਰਨਿੰਗ ਕਾਸਟ, ਉਹਦਾ ਜਿਹੜਾ ਤਾਰਾਂ ਤੂਰਾਂ ਲਾਉਣੀਆਂ ਨੇ, ਉਹ ਇਸ ਦੇ ਵਿੱਚ ਨਹੀਂ ਸੀ। ਉਹ ਐਸਟੀਮੇਟ ਕੋਈ 2 ਕਰੋੜ ਦਾ ਬਣਿਆ ਸੀ। ਉਹ ਸਾਨੂੰ 1 ਟਾਈਮ ਪਰਮਿਸ਼ਨ ਦਿੱਤੀ ਹੈ ਸੈਂਟਰ ਨੇ ਕਿ ਵੀ ਕੈਨ ਯੂਜ਼ 2 ਕਰੋੜ ਜਿਹੜੇ ਭੇਜੇ ਨੇ ਫॉर MP ਕਰੋਨਾ ਪਰਪਸਿਸ। ਸੋ ਉਹ ਮੈਂ ਚਿੱਠੀ ਲਿਖ ਕੇ ਦਿੱਤੀ ਹੈ ਡਿਪਟੀ ਕਮਿਸ਼ਨਰ ਨੂੰ ਕਿ ਤੁਸੀਂ ਜਿਹੜੇ ਮੇਰੇ ਆਏ ਹੋਏ ਨੇ 2.5 ਕਰੋੜ ਦੇ ਵਿੱਚੋਂ ਜਿੰਨਾ ਵੀ ਲੋੜ ਹੈ ਤੁਸੀਂ ਇਹ ਇਨਫਰਾਸਟਰਕਚਰ ਕਰ ਦਿਓ। ਮੇਰੇ ਖਿਆਲ 'ਚ ਐਸਟੀਮੇਟ 2 ਕਰੋੜ ਦਾ ਬਣਿਆ, ਥੋੜ੍ਹਾ ਜਿਹਾ ਓਵਰ ਹੋ ਜਾਊਗਾ ਤਾਂ ਸੈਟਿਸਫਾਈ। ਸੋ ਇੰਨਾ ਹਿੱਸਾ ਜ਼ਰੂਰ ਇਹਨਾਂ ਨੂੰ ਆਪਰੇਸ਼ਨ ਕਰਨ ਦੇ ਲਈ ਜਿਹੜੇ 10 ਪਲਾਂਟ ਲੱਗ ਰਹੇ ਨੇ ਪਟਿਆਲੇ ਡਿਸਟ੍ਰਿਕਟ 'ਚ, ਇਹਨਾਂ 'ਤੇ ਲੱਗ ਜਾਊਗਾ। ਔਰ ਮੇਰੇ ਖਿਆਲ 'ਚ ਛੋਟੇ ਤੋਂ ਛੋਟਾ ਜਿਹੜਾ ਪਲਾਂਟ ਲੱਗ ਰਿਹਾ ਹੈ ਉਹ 200 ਸਿਲੰਡਰ ਡੇਲੀ ਦੀ ਕਪੈਸਿਟੀ ਦਾ ਹੋਊਗਾ, ਸੋ ਦੈਟ ਸਾਡੇ ਜਿਹੜੇ ਰੂਰਲ ਏਰੀਆਜ਼ ਦੇ ਨੇ ਨਾ, ਇਮੀਡੀਏਟ ਜਿਹੜੀ ਨੈਸੈਸਿਟੀ ਹੁੰਦੀ ਹੈ ਉਹ ਉੱਥੇ ਫੁਲਫਿਲ ਹੋ ਜਾਏ।
ਉਹੀ ਮੈਂ ਰੂਰਲ ਏਰੀਆਜ਼ ਕਿਉਂਕਿ ਇਸ ਟਾਈਮ ਪੈਨਿਕ ਇਹੀ ਕ੍ਰੀਏਟ ਹੈ ਕਿ ਪਿੰਡਾਂ ਦੇ ਵਿੱਚ ਕੋਵਿਡ ਕਰੋਨਾ ਜਿਹੜਾ ਹੈ ਚਲੇ ਗਿਆ। ਦੇਖੋ ਸਾਡੇ ਏਰੀਆ 'ਚ ਮੈਂ ਪਟਿਆਲਾ ਡਿਸਟ੍ਰਿਕਟ ਦੀ ਤੁਹਾਡੇ ਨਾਲ ਗੱਲ ਕਰਦੀ ਹਾਂ, ਕੋਈ 7% ਪੋਜ਼ਿਟਿਵਿਟੀ ਹੋ ਗਈ ਹੈ। 2 ਮੇਜਰ ਸੈਂਟਰਸ ਪਿੰਡ ਨੇ, ਇੱਕ ਦਬਲਾਨ ਕਲਾਂ ਇੱਥੋਂ ਨੇੜੇ ਹੀ ਹੈ ਜਿਹੜਾ ਸਮਾਣੇ ਹਲਕੇ 'ਚ ਪੈਂਦਾ, ਇੱਕ ਲੋਟ ਜੋ ਨਾਭੇ ਹਲਕੇ 'ਚ ਪੈਂਦਾ। ਇਹਨਾਂ ਨੂੰ ਪੂਰੇ ਕੰਟੇਨਮੈਂਟ ਜ਼ੋਨ ਕਰ ਲਿਆ। ਔਰ 3-4 ਹੋਰ ਪਿੰਡ ਨੇ ਜਿਨ੍ਹਾਂ ਵਿੱਚੋਂ ਜਿਸ ਤਰ੍ਹਾਂ ਕੌਲੀ ਦੇ ਕੋਲ ਹੈਗਾ, ਦੁੱਧਨ ਸਾਦਾਂ ਦੇ ਕੋਲੋਂ ਹੈਗਾ, ਇਹਨਾਂ ਪਿੰਡਾਂ ਤੋਂ ਜ਼ਿਆਦਾ ਮਰੀਜ਼ ਆਏ ਨੇ। ਅੱਜ ਮੇਰੇ ਖਿਆਲ 'ਚ ਸਾਡੀ ਜਿਹੜੀ ਟੈਸਟਿੰਗ ਹੋ ਰਹੀ ਹੈ ਪਿੰਡਾਂ 'ਚ, ਇਹ ਹਫਤੇ ਦੇ ਅੰਦਰ ਪੂਰੀ 100% ਹੋ ਜਾਏਗੀ, 70-80% ਹੋ ਚੁੱਕੀ ਹੈ। ਸੋ ਇਹਦੇ ਨਾਲ ਬਹੁਤ ਪਤਾ ਚੱਲ ਰਿਹਾ ਔਰ ਇਹਦੇ ਨਾਲ ਕੰਟੇਨਮੈਂਟ ਵੀ ਹੋ ਰਹੀ ਹੈ। ਮੇਰਾ ਆਖਰੀ ਸਵਾਲ ਸੀਐਮ ਸਿਟੀ ਹੈ ਤੇ ਸਭ ਦੀਆਂ ਨਿਗਾਹਾਂ ਵੀ ਇਸੇ ਸ਼ਹਿਰ ਤੇ ਨੇ ਕਿ ਡਿਵੈਲਪਮੈਂਟ ਦੇ ਪੱਖੋਂ ਜੇ ਗੱਲ ਕੀਤੀ ਜਾਏ ਤਾਂ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਜਾਂ ਹੋਣ ਵਾਲੀ ਹੈ, ਕੋਈ ਪ੍ਰੋਜੈਕਟਸ ਵਗੈਰਾ ਉਹਦੇ ਬਾਰੇ ਪਲੀਜ਼ ਸਾਨੂੰ ਵਿਸਤਾਰ ਦੱਸੋ। ਥੈਂਕ ਯੂ, ਤੁਸੀਂ ਪੁੱਛਿਆ। 10 ਸਾਲਾਂ ਲਈ ਅਕਾਲੀ ਦਲ ਨੇ, ਬੀਜੇਪੀ ਨੇ ਪਟਿਆਲੇ ਨੂੰ ਬਿਲਕੁਲ ਵਾਂਝੇ ਕਰਤਾ ਸੀ। ਤਾਂ ਖੁਸ਼ੀ ਇਹ ਹੈ ਕਿ ਸੀਐਮ ਨੇ ਆਪਣਾ ਸ਼ਹਿਰ ਆਪਣਾ ਘਰ ਸਮਝ ਕੇ, ਜਿੱਥੇ ਸਾਰੇ ਪੰਜਾਬ 'ਚ ਡਿਵੈਲਪਮੈਂਟ ਹੋ ਰਹੀ ਹੈ, ਪਟਿਆਲੇ ਦੇ ਵਿੱਚ ਮੈਂ ਕਹਿ ਸਕਦੀ ਹਾਂ ਕਿ 24 ਘੰਟੇ ਪੀਣ ਵਾਲਾ ਪਾਣੀ, ਨਹਿਰ ਦਾ ਕੋਈ 460-70 ਕਰੋੜ ਦੇ ਕਰੀਬ ਦਾ ਸ਼ੁਰੂਆਤ ਹੋ ਗਈ ਹੈ। ਇਹ ਮੇਰੇ ਖਿਆਲ 'ਚ 2 ਸਾਲਾਂ ਦੇ ਅੰਦਰ ਅੰਦਰ ਕੰਪਲੀਟ ਹੋ ਜਾਏਗਾ। ਇਹ ਬਹੁਤ ਸਭ ਤੋਂ ਜ਼ਰੂਰੀ, ਸਭ ਨੂੰ ਪਹਿਲੇ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਹ ਬਹੁਤ ਲੌਂਗ ਪੈਂਡਿੰਗ ਸੀਗਾ। ਨਾਲ ਦੀ ਨਾਲ ਨਵਾਂ ਬੱਸ ਸਟੈਂਡ ਬਣ ਰਿਹਾ। ਸਾਡੀ ਬੜੀ ਛੋਟੀ ਨਦੀ ਦਾ ਇਨਵਾਇਰਨਮੈਂਟ ਫਰੈਂਡਲੀ ਦੇ ਲਈ ਉਹ ਸਾਰਾ ਪ੍ਰੋਜੈਕਟ ਹੋ ਰਿਹਾ। ਔਰ ਉਹਦੇ ਨਾਲ ਨਾਲ ਜਿਹੜੇ ਆਊਟਰ ਕਾਲੋਨੀਜ਼ ਜਿਹੜੀਆਂ ਨਾ ਮਿਊਨਿਸਪੈਲਿਟੀ ਨਾ ਪੰਚਾਇਤਾਂ 'ਚ ਆ ਰਹੀਆਂ ਸੀ ਔਰ ਸਲਮ ਕਾਲੋਨੀਜ਼ ਸੀ, ਉਹਨਾਂ ਦਾ 100% ਡਰਿੰਕਿੰਗ ਵਾਟਰ ਔਰ ਸੂਏਜ ਹੋਏਗਾ, ਉਹ ਹੋ ਰਿਹਾ ਹੈ। ਬਾਕੀ ਛੋਟੇ ਮੋਟੇ ਸਾਰੇ ਕੰਮ, ਰਜਿੰਦਰਾ ਟੈਂਕ ਹੋ ਗਿਆ, ਤੁਸੀਂ ਯੂਨੀਵਰਸਿਟੀਜ਼, ਪਟਿਆਲਾ ਲਰਨਿੰਗ ਸਿਟੀ ਹੈਗੀ ਹੈ, ਮਸ਼ਹੂਰ ਹੈ ਸਾਰੀ ਦੁਨੀਆ 'ਚ। ਤਾਂ ਪਹਿਲੇ ਲਾਅ ਯੂਨੀਵਰਸਿਟੀ ਜੋ ਟੌਪ 3 ਦੇ ਵਿੱਚ ਹੈਗੀ ਹੈ ਪੂਰੀ ਇੰਡੀਆ 'ਚ, ਹੁਣ ਉਹਦੇ ਨਾਲ ਸਪੋਰਟਸ ਯੂਨੀਵਰਸਿਟੀ, ਇੰਟਰਨੈਸ਼ਨਲ ਸਪੋਰਟਸ ਯੂਨੀਵਰਸਿਟੀ ਬਣ ਰਹੀ ਹੈ, ਓਪਨ ਯੂਨੀਵਰਸਿਟੀ ਬਣ ਰਹੀ ਹੈ। ਔਰ ਇਹ ਸਾਰੇ ਡਿਵੈਲਪਮੈਂਟ ਦੇ ਨਾਲ ਐਨਸੈਲਰੀ ਛੋਟੇ ਛੋਟੇ ਕੰਮਕਾਜ ਵੀ ਲੋਕਾਂ ਨੂੰ ਮਿਲ ਜਾਂਦੇ ਨੇ। ਸੋ ਹੈਰੀਟੇਜ ਬਹੁਤ ਰਿਚ ਹੈ ਪਟਿਆਲੇ ਦਾ, ਇੱਕ ਹੈਰੀਟੇਜ ਸਟਰੀਟ ਵੀ ਬਣਾ ਰਹੇ ਹੈ। ਸੋ ਇਹ ਸਾਰੀਆਂ ਗੱਲਾਂ ਡਿਵੈਲਪਮੈਂਟ ਦੀਆਂ, ਜਿੱਥੇ ਵੇਸਟ ਮੈਨੇਜਮੈਂਟ ਅਸੀਂ ਹੁਣ ਬਹੁਤ ਵਧੀਆ ਤਰੀਕੇ ਨਾਲ ਕਰ ਲਿਆ। ਇਹ ਮੇਰੇ ਖਿਆਲ 'ਚ ਅਸੀਂ ਸਾਰੇ ਧੰਨਵਾਦ ਕਰਦੇ ਹਾਂ ਸੀਐਮ ਨੂੰ, ਜਿਹਨੇ ਪਰਸਨਲੀ ਹੁਣ ਵੀ ਤੁਹਾਨੂੰ ਛੱਡ ਕੇ ਇਹਦੀ ਰਿਵਿਊ ਮੀਟਿੰਗ ਹੋ ਰਹੀ ਹੈ ਪਟਿਆਲਾ ਡਿਵੈਲਪਮੈਂਟ ਅਥਾਰਟੀ ਦੀ, ਇਹ ਸਾਰੇ ਔਨਗੋਇੰਗ ਵਰਕਸ ਦੇ ਲਈ। ਓਕੇ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਜਾਣਕਾਰੀ ਦੇਣ ਲਈ। ਥੈਂਕ ਯੂ ਸੋ ਮਚ। ਇਹ ਸੀ ਸਾਡੇ ਨਾਲ ਮਹਾਰਾਣੀ ਪਰਨੀਤ ਕੌਰ, ਜਿਨ੍ਹਾਂ ਨੇ ਬੜੇ ਵਧੀਆ ਢੰਗ ਦੇ ਨਾਲ ਕਾਫੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਔਰ ਨਾਲ ਹੀ ਨਾਲ ਜਦ ਅਸੀਂ ਇਹਨਾਂ ਤੋਂ ਪੁੱਛਿਆ ਕਿ ਅੱਗੇ ਜਿਵੇਂ ਕਿ ਵਿਧਾਨ ਸਭਾ ਦੀਆਂ 2022 ਚੋਣਾਂ ਆ ਰਹੀਆਂ ਨੇ, ਸੋ ਉਸ ਨੂੰ ਲੈ ਕੇ ਜਿਸ ਤਰ੍ਹਾਂ ਅਸੀਂ ਸਵਾਲ ਪੁੱਛਿਆ ਕਿ ਕਿੰਨੀ ਕੁ ਵੱਡੀ ਚੁਣੌਤੀ ਇਹਨਾਂ ਦੇ ਸਾਹਮਣੇ, ਕਿਉਂਕਿ ਕਰੋਨਾ ਮਹਾਮਾਰੀ ਦਾ ਸਮੇਂ ਚੱਲ ਰਿਹਾ ਹੈ, ਸੋ ਉਹਨਾਂ ਦਾ ਸਾਫ਼ ਕਹਿਣਾ ਰਿਹਾ ਕਿ ਇੱਕ ਵੱਡੀ ਚੁਣੌਤੀ ਇਸ ਵੇਲੇ ਉਹਨਾਂ ਦੇ ਸਾਹਮਣੇ ਵੀ ਖੜੀ ਹੈ, ਸਰਕਾਰ ਸਾਹਮਣੇ ਵੀ ਖੜੀ ਹੈ। ਨਾਲ ਹੀ ਨਾਲ MP ਲੈਡ ਫੰਡ ਨੂੰ ਲੈ ਕੇ ਵੀ ਗੱਲਬਾਤ ਹੋਈ ਤਾਂ ਉਹਨਾਂ ਦਾ ਸਾਫ਼ ਕਹਿਣਾ ਰਿਹਾ ਕਿ ਇਕੱਲੇ ਪਟਿਆਲੇ ਵਾਸਤੇ ਜਿਹੜੇ ਹੈ 10 ਆਕਸੀਜਨ ਪਲਾਂਟਸ ਜਿਹੜੇ ਨੇ ਸਥਾਪਿਤ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੇ ਜਾਣਗੇ। ਕੈਮਰਾਮੈਨ ਅਮਨ ਦੇ ਨਾਲ ਮਨਪ੍ਰੀਤ ਕੌਰ, ਜਗਬਾਣੀ, ਪਟਿਆਲਾ।